ਭਾਰਤ ਤੇ ਪਾਕਿਸਤਾਨ ਚਾਹੇ ਵੱਖ-ਵੱਖ ਦੇਸ਼ ਬਣ ਚੁੱਕੇ ਨੇ, ਪਰ ਲਹਿੰਦਾ ਤੇ ਚੜ੍ਹਦਾ ਪੰਜਾਬ ਹਮੇਸ਼ਾ ਹੀ ਧਾਰਮਿਕ ਕਾਰਨਾਂ ਕਰਕੇ ਇੱਕ ਦੂਜੇ ਦੇ ਨਾਲ ਜੁੜਿਆ ਰਹਿੰਦਾ ਹੈ। ਪੰਜਾਬ ਇੱਕ ਐਸਾ ਸੂਬਾ ਹੈ ਜੋ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਹੈ ਤੇ ਆਜ਼ਾਦੀ ਦੇ ਵੇਲੇ ਵੀ ਵੰਡ ਦੌਰਾਨ ਸਭ ਤੋਂ ਜ਼ਿਆਦਾ ਸੰਤਾਪ ਇਸੇ ਸੂਬੇ ਨੇ ਹੀ ਝੱਲਿਆ ਹੈ। ਹਿੰਦੂ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਉਸ ਵੇਲੇ ਜੋ ਵੀ ਹੋਇਆ ਉਹ ਇੱਕ ਬਹੁਤ ਮਾੜਾ ਸਮਾਂ ਸੀ, ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਨੇ ਇੱਕ ਐਸੀ ਮਿਸਾਲ ਕਾਇਮ ਕੀਤੀ ਹੈ ਕਿ ਅੱਜ ਵੀ ਕਈ ਵਾਰ ਇਸ ਦਾ ਉਦਾਹਰਣ ਦੇਖਣ ਨੂੰ ਮਿਲ ਜਾਂਦਾ ਹੈ। ਕੁਝ ਐਸਾ ਹੀ ਹੋਇਆ ਹੈ ਜਲੰਧਰ ਦੇ ਭੋਗਪੁਰ ਬਲਾਕ ਦੇ ਪਿੰਡ ਬੁੱਟਰਾਂ ਵਿਖੇ, ਜਿੱਥੇ ਕਿ 1938 ਦਾ ਹੱਥ ਦੇ ਨਾਲ ਲਿਖਿਆ ਹੋਇਆ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਹੁਣ ਤੱਕ ਸੰਭਾਲ ਕੇ ਰੱਖਿਆ ਗਿਆ ਹੈ। ਪਰ ਹੁਣ ਇਸ ਕੁਰਾਨ ਸ਼ਰੀਫ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਦੀ ਕਮੇਟੀ ਵੱਲੋਂ ਜਲੰਧਰ ਦੀ ਸਭ ਤੋਂ ਵੱਡੀ ਮਸਜਿਦ ਇਮਾਮ ਨਾਸਰ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਬੁੱਟਰਾ ਦੇ ਗ੍ਰੰਥੀ ਗੁਰਮੇਜ ਸਿੰਘ ਦੇ ਮੁਤਾਬਕ ਇਹ ਕੁਰਾਨ ਸ਼ਰੀਫ ਵੰਡ ਵੇਲੇ ਦਾ ਇਸ ਗੁਰਦੁਆਰਾ ਸਾਹਿਬ ਵਿਖੇ ਪੂਰੇ ਮਾਣ ਸਤਿਕਾਰ ਦੇ ਨਾਲ ਸੰਭਾਲ ਕੇ ਰੱਖਿਆ ਗਿਆ ਸੀ। ਇੱਥੇ ਤੱਕ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਹਾਸਨ ਕੀਤਾ ਜਾਂਦਾ ਸੀ, ਬਿਲਕੁਲ ਉਸੇ ਤਰ੍ਹਾਂ ਹੀ ਕੁਰਾਨ ਸ਼ਰੀਫ ਨੂੰ ਵੀ ਪੂਰੇ ਇੱਜ਼ਤ ਮਾਣ ਸਤਿਕਾਰ ਦੇ ਨਾਲ ਸੰਭਾਲ ਕੇ ਰੱਖਿਆ ਗਿਆ ਸੀ। ਗੁਰਮੇਜ ਸਿੰਘ ਦੇ ਮੁਤਾਬਕ ਵੰਡ ਵੇਲੇ ਇਸ ਪਿੰਡ ਦੇ ਰਹਿਣ ਵਾਲੇ ਇੱਕ ਮੁਸਲਿਮ ਪਰਿਵਾਰ ਇਸ ਕੁਰਾਨ ਸ਼ਰੀਫ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਤੇ ਉਹ ਆਪ ਪਾਕਿਸਤਾਨ ਚਲੇ ਗਏ ਸੀ। ਉਸ ਤੋਂ ਬਾਅਦ ਹੁਣ ਤੱਕ ਇਸ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਰੱਖਿਆ ਗਿਆ ਹੈ। ਉਹਨਾਂ ਦੇ ਮੁਤਾਬਕ ਸ਼ੁਰੂ ਦੇ ਵਿੱਚ ਲੋਕ ਕੁਰਾਨ ਸ਼ਰੀਫ ਨੂੰ ਪੜ੍ਹਦੇ ਸੀ, ਪਰ ਹੌਲੀ ਇਹ ਭਾਸ਼ਾ ਲੋਕਾਂ ਵੱਲੋਂ ਨਾ ਪੜ੍ਹੀ ਜਾਣ ਕਰਕੇ ਹੁਣ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਨੂੰ ਇਮਾਮ ਨਾਸਰ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ ਤਾਂ ਕਿ ਉਹ ਇਸ ਦੇ ਪੂਰੇ ਮਾਣ ਸਤਿਕਾਰ ਦੇ ਨਾਲ ਸੰਭਾਲ ਕਰ ਸਕਣ। ਉਧਰ ਜਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਮਾਮ ਨਾਸਰ ਮਸਜਿਦ ਕਮੇਟੀ ਨੂੰ ਸੌਂਪਿਆ ਗਿਆ ਤੇ ਉਹਨਾਂ ਵੱਲੋਂ ਵੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਕੁਰਾਨ ਸ਼ਰੀਫ ਨੂੰ ਹੱਥ ਦੇ ਨਾਲ ਲਿਖਿਆ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਉਹਨਾਂ ਕੋਲ ਆਏ ਸੀ ਜਿਨ੍ਹਾਂ ਨੇ ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ, ਜਿਸ ਤੋਂ ਬਾਅਦ ਹੁਣ ਉਹ ਖੁਦ ਜਾ ਕੇ ਪੂਰੇ ਮਾਣ ਸਤਿਕਾਰ ਦੇ ਨਾਲ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਨੂੰ ਆਪਣੇ ਨਾਲ ਲੈ ਆਏ ਨੇ। ਇਸ ਦੇ ਲਈ ਉਹ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇੰਨੇ ਪੁਰਾਣੇ ਗ੍ਰੰਥ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ, ਲੇਕਿਨ ਬਾਵਜੂਦ ਇਸ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਹੈ। ये कुरान शरीफ जो पुराना लिखा हुआ है, बहुत 47 से पहले का। कुछ दिन पहले हमारे पास कुछ लोग आए थे बुटरा पिंड से, जिन्होंने बताया कि हमारे पास पवित्र कुरान पार्टीशन के पहले का बना हुआ जो पड़ा है हमारे पास, हमने बड़े संभाल के उसको रखा है, बड़ी श्रद्धा से हम बड़ा उनका आदर करते हैं। तो आप हमारे यहाँ आकर उस पवित्र कुरान को आप ले जाएं, क्योंकि हम भी चाहते हैं कि ये आपका पवित्र कुरान है, तो इसकी तंजीम आप लोग ज़्यादा कर सकते हैं। तो हमने कुछ दिनों के बाद कुछ साथियों को अपने भोकरा गाँव में भेजा, यहाँ से उनको ये कुरान शरीफ मिला। गाँव वालों ने भी बहुत प्यार मोहब्बत से इन लोगों को इस कुरान मजीद को संभाल के रखा था, इनको सुपुर्द किया। हम गांव वाले के भी जो साथी जिन्होंने इसमें सहयोग दिया उनका बहुत शुक्रगुजार हैं, शुक्रिया अदा करते हैं। और ये एक किस्म की भाईचारे की एक सांझ है जो आजकल के दौर में ये जाना जाता है कि अभी भी दुनिया में बहुत से लोग ऐसे हैं जो हर धर्म की आदर करते हैं, धर्म को मानते हैं, प्यार मोहब्बत से रहते हैं। मेरा यही कहना, मैं बहुत शुक्र अदा करता हूँ उन लोगों का भी जिन्होंने इस कुरान पवित्र कुरान को हमारे को सुपुर्द किया। शुक्रिया जी। मेरा नाम मौलाना शमशाद है और कल हम यहाँ से तकरीबन 11 बजे जनाब हज़रत अलहाज सैयद नासिरुद्दीन साहब पीरज़ादा के हुक्म पर इन्होंने हमको बताया कि बुटरा पिंड के अंदर एक गुरुद्वारा सिंह साहब, वहाँ पर एक कुरान पाक रखा हुआ है। वहाँ के जो ग्रंथी हैं वो यहाँ तशरीफ़ लाए थे और उन्होंने बताया कि हमारे पास एक कुरान शरीफ है जो बहुत कदीमी और पुराना है
ہم نے بہت حفاظت کے ساتھ آج تک اس کو سام کر کے رکھا ہوا ہے، لیکن چونکہ ہم اس کو پڑھ نہیں پاتے، وہ عربی زبان میں ہے، ہم پڑھ نہیں سکتے، لہٰذا ہم یہ چاہتے ہیں کہ ہم وہ آپ کو سونپ دیں، آپ اس کی حفاظت بھی کریں گے اور اس کو پڑھیں گے بھی، جو اس کا حق ہوگا وہ بھی ادا ہوگا۔ تو لہٰذا ان کے کہنے پر پھر حضرت ناصر الدین صاحب کے حکم پر ہم 5 آدمی وہاں پر گئے، جس میں ہمارے ساتھ حضرت مولانا محمد عدنان صاحب، ملا امیر الدین صاحب، جناب محمد کلیم صاحب اور ایک عیسائی مذہب کے آدمی تھے، وہ ہمارے ساتھ ڈرائیور کے طور پر ہمارے ساتھ گئے تھے۔ تو ہم 5 آدمی وہاں پر گئے۔ پہلے انہوں نے ہم کو راستے میں ہی فون کیا آپ کہاں پہنچے، 2-3 مرتبہ بات چیت ہوئی، چونکہ پہلی مرتبہ گئے تھے، ہم نے بھی پہلے وہ گاؤں کبھی نہیں دیکھا تھا، پنڈ کبھی نہیں دیکھا تھا، تو لہٰذا 2-3 مرتبہ فون پر بات ہوئی، انہوں نے ہم کو راستہ بتایا، لوکیشن کے ذریعے ہم وہاں پہنچ گئے۔ وہ لوگ پہلے سے وہاں کے جو گرودوارے صاحب کے وہ تھے صدر صاحب اور سیکرٹری صاحب اور گرنتھی صاحب پہلے سے ادب و احترام کے ساتھ کھڑے ہوئے تھے، لہٰذا جیسے ہم وہاں پر پہنچے انہوں نے ہمیں بہت ادب کے ساتھ اپنے پاس لے گئے اور چائے پانی کرایا، ناشتہ کرایا، اور پھر بہت ہی ادب و احترام کے ساتھ ہمیں وہ گرودوارے کے اندر لے گئے۔ پہلے قرآن شریف کی ہمیں زیارت کرائی اور اس کے بعد انہوں نے بتلایا کہ ہم نے اس کو جیسے ہم اپنی گرنتھ کا ادب و احترام کرتے ہیں، اسی ادب و احترام اور مان سمان کے ساتھ ہم نے قرآن پاک کو گرنتھ صاحب کے پاس میں ہی رکھ رکھا تھا، اور اس کی حفاظت ہم نے آج تک کی ہے۔ تقریباً 75 سال ہو گئے ہمارے پاس، یہ ہماری کمیٹیاں بدلتی رہی لیکن ہر کمیٹی نے اس قرآن پاک کی حفاظت ایسے ہی کی جیسا اس کا حق تھا۔ لیکن اب ہم یہ چاہتے ہیں کہ قرآن پاک آپ کے حوالے کر دیں۔ گرچہ بہت سارے مسلمانوں کو جب ہم نے بتایا وہ قرآن ہمارے پاس لینے کے لیے آئے قرآن پاک کو کہ یہ قرآن ہمیں دے دو، لیکن ان کا یہ کہنا تھا پردھان جی کا، جو گرودوارے کے پردھان جی تھے، کہ ہم نے اس لیے نہیں دیا کہ بھائی کوئی انجان آدمی ہوگا وہ اس کے ساتھ کیا معاملہ کرے، تو لہٰذا کل کو اس کا گناہ ہمارے سر بھی آئے، لہٰذا ہم ایسے آدمی کو سونپیں گے کہ جس کو ہم کسی طرح سے جانتے پہچانتے ہوں، اور جیسے ہم نے اس کے ادب سمان کے ساتھ اس کو رکھا ہے وہ آدمی کل بھی اس کو جا کر کے ادب سمان کے ساتھ رکھے اور پڑھے۔ تو لہٰذا انہوں نے بہت ہی ادب و احترام کے ساتھ یہ قرآن شریف ہمیں پیش کیا اور ہمارا ستکار بھی کیا، ہمیں جو ہے نا سونپے سب کو، اور اس کے بعد انہوں نے کہا کہ تھوڑا سا ہمیں قرآن شریف پڑھ کر کے بھی سناؤ۔ اچھا، تو ہم نے تھوڑا سا قرآن شریف پڑھا اور اس کا ترجمہ بھی کیا، وہ بہت خوش ہوئے، کہنے لگے سب دھرموں کے اندر ایک ہی تو بانی ہے، سب کے اندر ایک ہی خدا کی پوجا اور پرستش کا وہ دیا جا رہا ہے کہ بھئی خدا ایک ہے، دنیا کا پیدا کرنے والا ایک ہے، پالنے والا ایک ہے، یہی دھرم جو ہے نا سبھی دھرم یہی سکھاتے ہیں۔ تو وہ سن کر کے بہت خوش ہوئے اس بات سے۔ کتنا پرانا ہے، کب لکھا گیا یہ اس کے اوپر ایک تاریخ ڈلی ہوئی ہے، یہ 1938 کے اندر چھپا ہے جی۔ دیکھنے میں آیا جیسے اس کے پنوں کو کچھ پنے کھنڈت ہوئے ہیں، ہاں جی، تو ابھی یہ یہیں پہ آپ کے پاس رہے گا؟ ہم اس کو اپنے پاس ہی رکھیں گے، اور اس کے اندر جو بھی کس طرح کی وہ ہے، اس کو بوسیدہ ہو گیا جیسا کہ اس کے اوپر کا کپڑا ہے اس کو بدلوا دیں گے، اور اس کی جلد وغیرہ جو ہے نا اچھی کرا دیں گے تاکہ سامنے میں اور زیادہ آسانی سہولت ہو، چونکہ جب بار بار ہاتھ لگیں گے تو ہاتھ لگنے سے پنے خراب ہونے کا اندیشہ رہتا ہے آنے جی۔ والے آپ کے پروگرام ہیں، آنے والے تیوہار ہیں آپ کے جی اس میں اس کے اندر سے جو ترجمہ جو پڑھا جائے گا جو جی اس میں سے پڑھی جائیں گی آنے والے سمے؟ جی، ویسے تو قرآن شریف سب ایک ہی طرح کے ہوتے ہیں، ہمارے پاس جو ہے نا سینکڑوں قرآن شریف ہے، کوئی الگ بات نہیں، ان کے اندر بھی وہی بات لکھی ہے، بس خاص بات یہ ہے کہ یہ اتنے زمانے سے ان کے پاس رکھا ہوا تھا اور انہوں نے بہت سنبھال کر کے اس کو رکھا۔ اس کو میوزیم میں رکھا جائے گا؟ جی، ہمارے پاس جو ہے نا کوئی الگ سے ایسا کوئی میوزیم تو ہے نہیں، باقی ہے کہ جہاں ہم پر ایسی پرانی کتابیں ہیں، قدیم کتابیں ہیں جن کو سنبھال کر کے ہم رکھتے ہیں، وہیں اس قرآن شریف کو بھی ہم سنبھال کر کے رکھیں گے، اور جو ہے نا بطور تاریخی قرآن شریف ہونے کے ناطے سے لوگ زیارت کے بھی لیے آئیں گے، جیسے آپ چینل والے بھی آئے دیکھ کر کے سن کر کے، اور بھی لوگوں کو پتہ چلے گا، جب آپ کا چینل اس کو چلائے گا تو بہت سارے لوگوں کو پتہ لگے گا، تو بہت سارے آدمی آئیں گے دیکھنے کے لیے، ان کو دکھائیں گے، خوشی ہوگی، ہاں ہمیں بھی خوشی ہوگی اور آپ کو بھی خوشی ہوگی کہ آپ نے جو ہے نا ایک دھرم اور ایک بھائی چارے کو جو ہے نا پیش کرنے کے لیے آپ نے اتنی محنت کی، آپ وہاں سے چل کر کے ہمارے پاس کور کرنے کے لیے آئے ہیں،
तो आपको भी खुशी होगी और हमें भी बहुत खुशी होगी। हम आपका भी बहुत शुक्रिया अदा करते हैं और उन लोगों का भी हमने बहुत शुक्रिया अदा किया, लेकिन वो कहते थे कि आपका शुक्रिया अदा करने की कोई जरूरत नहीं, हमारा फर्ज था। बिल्कुल, ये हम भी आपके पास आए, हाँ। ये भी हमारा फर्ज है। माशाल्लाह, बहुत अच्छा लगा कि आपने भी जो ना फर्ज की बात कही। वाकई हमें सबको ऐसे ही रहना चाहिए, एक दूसरे के धर्म के मुतालिक हमें ऐसा ही होना चाहिए कि जैसा हम अपने धर्म का अदब व एहतराम करते हैं, ऐसे ही हमें सब धर्मों का अदब व एहतराम करना चाहिए। हम मानते किसी को भी हो, लेकिन धर्म सब सच्चे हैं, वो अच्छे हैं और अच्छा ही सिखाते हैं, भाईचारा सिखाता है, आपस में मेल मोहब्बत सिखाते हैं और सब इंसानियत का सबक देते हैं कि इंसानों की खिदमत करो। जितना बंदा इंसानों की खिदमत करता है उतना ही रब और खुदा के करीब होता है। अल्लाह ने तो यूं फरमाया, अल्लाह के नबी ने, कि जो बंदा इंसानों के साथ ज्यादा रहम का मामला करता है, अल्लाह खुदा उसके ऊपर और ज्यादा रहम करता है। ਸੋ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਇੱਕ ਦੂਸਰੇ ਦੇ ਨਾਲ ਪਿਆਰ ਸਤਿਕਾਰ ਬਣਿਆ ਰਹੇਗਾ ਤੇ ਹਰੇਕ ਧਰਮ ਦੂਜੇ ਧਰਮ ਦੀ ਇਵੇਂ ਹੀ ਸੇਵਾ ਕਰੇਗਾ, ਰੱਖਿਆ ਕਰੇਗਾ। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।